ਇਹ ਝੂਠ ਤੇ ਝੂਠ ਬੋਲ ਰਹੇ ਨੇ। ਮੈਨੂੰ ਇਹ ਲੱਗਦਾ ਕਿ ਜਿੰਨਾ ਇਹ ਝੂਠ ਬੋਲਣਗੇ ਉਨਾ ਹੀ ਇਹ ਗੁਰੂ ਸਾਹਿਬ ਦੀ ਨਾਰਾਜ਼ਗੀ ਦਾ ਸ਼ਿਕਾਰ ਹੋਣਗੇ, ਉਨਾ ਹੀ ਸਿੱਖਾਂ ਦੀ ਨਾਰਾਜ਼ਗੀ ਦਾ ਸ਼ਿਕਾਰ ਹੋਣਗੇ। ਸਭ ਤੋਂ ਵੱਡਾ ਫਰਾਡ ਗੱਲੀ ਨਿਬੇੜ ਦਿੱਤੀ ਕਿ 328 ਸਰੂਪ ਕਿਤੇ ਨਹੀਂ ਗਏ, ਸਰੂਪ ਇੱਥੇ ਨੇ, ਲੇਜ਼ਰਾਂ ਦੇ ਵਿੱਚ ਹੇਰ ਫੇਰ ਹੋ ਗਈ। ਇਹੀ ਗੱਲ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ 2 ਮਹੀਨੇ ਪਹਿਲਾਂ ਕਹਿਤੀ ਸੀ ਜਦੋਂ ਜਾਂਚ ਸ਼ੁਰੂ ਹੋਈ। ਪੂਰੀ ਲਕਾਈ ਕਰਦੀ ਹੈ। ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਧਿਆਤਮਿਕ ਤੇ ਤੌਰ ਤੇ ਗੁਰੂ ਸਾਹਿਬ ਸਾਡਾ 11ਵੇਂ ਗੁਰੂ ਦੇ ਰੂਪ ਦੇ ਵਿੱਚ ਸਾਨੂੰ ਲੜ ਲਾ ਕੇ ਗਏ, ਜਿਸ ਗੁਰੂ ਨੂੰ ਭਾਰਤ ਦੀ ਸੁਪਰੀਮ ਕੋਰਟ ਨੇ ਲਿਵਿੰਗ ਗੁਰੂ ਕਿਹਾ ਸੰਨ 2000 ਦੇ ਵਿੱਚ, ਅੱਜ ਉਸ ਗੁਰੂ ਦੇ ਨਾਂ ਤੇ ਇੱਕ ਰੌਲਾ ਕਿ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੇ ਧਰੋਹ ਕਮਾਇਆ, ਜੇ ਧੋਖਾ ਕੀਤਾ ਤਾਂ ਧੋਖਾ ਕਰਨ ਵਾਲੇ ਕੋਈ ਗੈਰ ਨਹੀਂ। ਗੱਲਾਂ ਕਰਦੇ ਨੇ ਇਹ ਲੋਕਾਂ ਦੀਆਂ, ਗੱਲਾਂ ਕਰਦੇ ਨੇ ਦੂਜਿਆਂ ਦੀਆਂ। ਸਭ ਤੋਂ ਪਹਿਲਾਂ ਅਸਤੀਫੇ ਦਿੰਦੇ, ਅਸਤੀਫੇ ਦੇ ਕੇ ਜਾਂਚ ਹੁੰਦੀ। ਕਮੇਟੀ ਇਹ ਚੁਣੇ ਹੋਏ ਅਹੁਦੇਦਾਰ, ਇਹਨਾਂ ਦੀ ਨੈਤਿਕਤਾ, ਇਹਨਾਂ ਨੂੰ ਪਾਠ ਤੇ ਕੇਵਲ ਇਹੀ ਪੜ੍ਹਾਇਆ ਜਾਂਦਾ ਕਿ ਤੁਸੀਂ ਝੂਠ ਬੋਲੋ, ਰੱਜ ਰੱਜ ਕੇ ਬੋਲੋ। ਸਰੂਪਾਂ ਦੀ ਕੋਈ ਸਾਨੂੰ ਜਾਣਕਾਰੀ ਦਿੱਤੀ ਕਿ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਸਰੂਪ ਜਿਹੜੇ ਸੀ ਉਹ ਅਗਨ ਭੇਟ ਹੋਏ, ਚੁੱਪ ਕਰ ਗਏ ਉਸ ਤੇ। ਮੈਂ ਤੁਹਾਨੂੰ ਪਿਛਲੀ ਵਾਰ ਕਿਹਾ ਸੀ ਕਿ ਇਹ ਡਰਾਮੇਬਾਜ਼ੀ ਹੈ। ਇਹ ਕੋਰਟਾਂ ਦੇ ਵਿੱਚ ਉਹਨਾਂ ਨੂੰ ਵਕੀਲ ਦੇਣਗੇ, ਕੋਰਟਾਂ ਦੇ ਵਿੱਚ ਕਮਜ਼ੋਰ ਵਕੀਲ ਆਪਣੇ ਵੱਲੋਂ ਦੇਣਗੇ ਤੇ ਉਹਨਾਂ ਨੂੰ ਬਾ ਇੱਜ਼ਤ ਇਹ ਬਰੀ ਕਰਾ ਕੇ ਮੁੜ ਕੇ ਉਹਨਾਂ ਨੂੰ ਤਰੱਕੀਆਂ ਵੀ ਦੇਣਗੇ। ਕਿਸੇ ਨੂੰ ਦੇ ਦਿੱਤਾ, ਇਹ ਕਿੰਨੀਆਂ ਗੱਲਾਂ ਵਿੱਚੋਂ ਕੁਝ ਵੀ ਹੋ ਸਕਦਾ, ਕਿਉਂਕਿ ਬਿਨਾਂ ਸਬੂਤ ਤੋਂ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਵੀ ਬਕਾਇਦਾ ਆਹ ਕੀਤਾ, ਕਿਸੇ ਨੂੰ ਡੇਰੇ ਨੂੰ ਦੇਤੇ, ਕਿਸੇ ਦੇ ਘਰ ਵਿੱਚ ਦੇਤੇ, ਕਿਤੇ ਦੇਤੇ, ਪਰ ਦਿੱਤੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਗੁੰਮ ਹੋਣ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਐਸਜੀਪੀਸੀ ਸਵਾਲਾਂ ਦੇ ਘੇਰੇ 'ਚ ਦਿਖਾਈ ਦੇ ਰਹੀ ਹੈ। ਸਵਾਲ ਇਹ ਖੜੇ ਹੋ ਰਹੇ ਨੇ ਕਿ ਆਖਿਰ ਸਰੂਪ ਗਏ ਕਿੱਥੇ ਅਤੇ ਐਸਜੀਪੀਸੀ ਵੱਲੋਂ ਜਿਨ੍ਹਾਂ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਗਈ ਆ ਉਹਨਾਂ ਪਿੱਛੇ ਅਸਲ ਕੌਣ ਹੈ, ਜਿਸ ਬਾਰੇ ਵੱਡੇ ਖੁਲਾਸੇ ਕਰਦਿਆਂ ਐਸਜੀਪੀਸੀ ਦੇ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਨੇ ਲਾਈਵ ਹੋ ਕੇ ਜਾਣਕਾਰੀ ਦਿੱਤੀ ਹੈ। ਰੰਧਾਵਾ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਇਹਨਾਂ ਵੱਲੋਂ ਚੁਣੀ ਗਈ ਅੰਤਰਿਮ ਕਮੇਟੀ ਨੂੰ ਝੂਠ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ ਅਤੇ ਐਸਜੀਪੀਸੀ ਵੱਲੋਂ ਕੀਤੀ ਗਈ ਕਾਰਵਾਈ ਨੂੰ ਵੀ ਰੰਧਾਵਾ ਨੇ ਡਰਾਮੇਬਾਜ਼ੀ ਦੱਸਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਡਰੈ ਜੇ ਪਾਪ ਕਮਾਉਂਦਾ, ਧਰਮੀ ਬਖਸ਼ੇਤ। ਬੋਲ ਸੋ ਧਰਮ ਮੀੜਿਆ, ਮੋਹਨ ਕਤ ਧਾਰੀ ਰਾਮ। ਧਰਮ ਦੀ ਦੁਨੀਆ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਬਾਣੀ ਦੇ ਅਨੇਕ ਬੋਲ ਨੇ ਜਿਹੜੇ ਸਾਨੂੰ ਪ੍ਰੇਰਨਾ ਦਿੰਦੇ ਨੇ ਕਿ ਜਦੋਂ ਧਰਮ ਦੀ ਗੱਲ ਹੋਵੇ ਉਸ ਵਕਤ ਤੇਰਾ ਸਟੈਂਡ ਕੀ ਹੋਣਾ ਚਾਹੀਦਾ, ਤੇਰੀ ਜ਼ਬਾਨ ਨੇ ਕੀ ਬੋਲਣਾ, ਤੇਰੇ ਕਰਮ ਨੇ ਕੀ ਕਰਨਾ ਹੈ। ਅੱਜ ਸਾਡੇ ਖਾਲਸਾ ਪੰਥ ਵਿੱਚ, ਸਾਡੇ ਸਿੱਖ ਧਰਮ ਦੇ ਵਿੱਚ ਇਸ ਸਦੀ ਦਾ ਇੱਕ ਵੱਡਾ ਕਲੰਕ ਲੱਗਾ। ਅੱਜ ਸਾਡਾ ਤਮਾਸ਼ਾ ਬਣ ਗਿਆ ਪੂਰੀ ਦੁਨੀਆ ਦੇ ਸਾਹਮਣੇ। ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਪੂਰੀ ਲਕਾਈ ਕਰਦੀ ਹੈ, ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਧਿਆਤਮਿਕ ਤੇ ਤੌਰ ਤੇ ਗੁਰੂ ਸਾਹਿਬ ਸਾਡਾ 11ਵੇਂ ਗੁਰੂ ਦੇ ਰੂਪ ਦੇ ਵਿੱਚ ਸਾਨੂੰ ਲੜ ਲਾ ਕੇ ਗਏ, ਜਿਸ ਗੁਰੂ ਨੂੰ ਭਾਰਤ ਦੀ ਸੁਪਰੀਮ ਕੋਰਟ ਨੇ ਲਿਵਿੰਗ ਗੁਰੂ ਕਿਹਾ ਸੰਨ 2000 ਦੇ ਵਿੱਚ, ਅੱਜ ਅਸੀਂ ਤਮਾਸ਼ਾ ਇਸ ਲਈ ਬਣ ਗਏ ਕਿ ਅੱਜ ਉਸ ਗੁਰੂ ਦੇ ਨਾਂ ਤੇ ਇੱਕ ਰੌਲਾ ਕਿ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੇ ਧਰੋਹ ਕਮਾਇਆ, ਜੇ ਧੋਖਾ ਕੀਤਾ ਤਾਂ ਧੋਖਾ ਕਰਨ ਵਾਲੇ ਕੋਈ ਗੈਰ ਨਹੀਂ, ਉਹ ਸਿੱਖੀ ਭੇਸ ਦੇ ਲੋਕ ਨੇ। ਮੈਨੂੰ ਲੱਗਦਾ ਇਸ ਤੋਂ ਵੱਡੀ ਸਾਡੇ ਲਈ ਸ਼ਰਮਸ਼ਾਰ ਗੱਲ ਖਾਲਸਾ ਜੀ ਕੋਈ ਹੋਰ ਨਹੀਂ ਹੋ ਸਕਦੀ। ਮੈਂ ਅੱਜ ਜਿਹੜੇ ਪੁਆਇੰਟ ਤੇ ਗੱਲ ਕਰਨੀ ਲੱਗਾ ਕਿ 328 ਸਰੂਪਾਂ ਦੇ ਮਾਮਲੇ ਤੇ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਮੁੱਕਰ ਗਈ। ਸ਼੍ਰੋਮਣੀ ਕਮੇਟੀ ਕਿਉਂਕਿ ਕਾਰਵਾਈ ਦੇ ਉੱਤੇ ਤਾਂ ਪਹਿਲੀ ਸ਼ੰਕਾ ਸੀ, ਪਰ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਪਿਛਲੇ ਸਮੇਂ ਦਾ ਖਦਸ਼ਾ ਸੀ ਉਹ ਇਹ ਆ ਕਿ ਜਿਹੜਾ ਰਾਮਸਰ ਸਾਹਿਬ ਵਾਲੀ ਜਗ੍ਹਾ ਤੇ ਸ਼ਾਰਟ ਸਰਕਟ ਹੋਇਆ, ਅੱਗ ਲੱਗੀ ਜਿਹਦੇ ਵਿੱਚ ਅਨੇਕਾਂ ਗੁਰੂ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਏ, ਸਿੱਲੇ ਹੋਏ ਤੇ ਜਿਨ੍ਹਾਂ ਦਾ ਸੰਸਕਾਰ ਗੋਇੰਦਵਾਲ ਸਾਹਿਬ ਕੀਤਾ ਗਿਆ।
ਜਿਹੜੀ ਇਹਦੇ ਵਿੱਚ ਚੋਰੀ ਹੋਈ, ਸਰੂਪਾਂ ਦੀ ਗਿਣਤੀ ਲਗਾਈ ਗਈ, ਸਰੂਪਾਂ ਦੇ ਸੰਸਕਾਰ ਕਰਨ ਵਾਲੇ ਅਸਥਾਨ ਦੇ ਉੱਤੇ ਰਜਿਸਟਰ 'ਚ ਦਰਜ ਨਹੀਂ ਕੀਤੇ ਗਏ, ਇਹਦੇ ਪਿੱਛੇ ਅਸਲ ਵਿੱਚ ਕਾਰਨ ਕੀ ਸੀ? ਇਹ ਕਿਉਂ ਲੁਕੋਇਆ ਗਿਆ? ਕਿਤੇ ਇਹ ਅੱਗ ਲਾਈ ਤਾਂ ਨਹੀਂ ਸੀ ਗਈ? ਇਹੋ ਜਿਹੇ ਸਵਾਲ ਹੁਣ ਹੋਰ ਪੈਦਾ ਹੋ ਰਹੇ ਨੇ। ਸ਼੍ਰੋਮਣੀ ਕਮੇਟੀ, ਮੇਰਾ ਖਿਆਲ ਕਿ ਇਸ ਸਦੀ ਦਾ ਜੇ ਸਭ ਤੋਂ ਵੱਡਾ ਧੋਖਾ ਹੋਇਆ ਤਾਂ ਸਿੱਖ ਪੰਥ ਦੇ ਨਾਲ ਇਹ ਦੂਸਰਾ ਧੋਖਾ। ਪਹਿਲਾ ਧੋਖਾ ਹੋਇਆ ਸੀ ਜਦੋਂ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਦੇ ਵਿੱਚ ਬਣਾਏ ਹੋਏ ਜਥੇਦਾਰਾਂ ਨੇ ਪੰਥ ਨੂੰ ਸਰਸੇ ਵਾਲੇ ਦੇ ਅੱਗੇ ਵੇਚਿਆ, ਬਿਨਾਂ ਮੰਗੇ ਤੋਂ ਜਿਹੜੀ ਅਗਵਾਈ ਦਿੱਤੀ। ਉਸ ਕਿਸਮ ਦਾ ਧੋਖਾ ਅੱਜ ਸ਼੍ਰੋਮਣੀ ਕਮੇਟੀ ਦੇ ਇਸ ਮੌਜੂਦਾ ਨਲਾਇਕ ਪ੍ਰਬੰਧ ਨੇ ਕੀਤੀ। ਮੈਂ ਸਮਝਦਾ ਕਿ ਜੇ ਇਹਨਾਂ ਦੀਆਂ ਥੋੜ੍ਹੀਆਂ ਬਹੁਤੀਆਂ ਵੀ ਜ਼ਮੀਰਾਂ ਜਾਗਦੀਆਂ ਹੁੰਦੀਆਂ, ਜਿਸ ਦਿਨ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਤਾਂ ਕਮ ਸੇ ਕਮ ਉਸ ਦਿਨ ਇਹਨਾਂ ਨੂੰ ਅਸਤੀਫੇ ਰੱਖ ਦੇਣੇ ਚਾਹੀਦੇ ਸੀ। ਗੱਲਾਂ ਕਰਦੇ ਨੇ ਇਹ ਲੋਕਾਂ ਦੀਆਂ, ਗੱਲਾਂ ਕਰਦੇ ਨੇ ਦੂਜਿਆਂ ਦੀਆਂ। ਸਭ ਤੋਂ ਪਹਿਲਾਂ ਅਸਤੀਫੇ ਦਿੰਦੇ, ਅਸਤੀਫੇ ਦੇ ਕੇ ਜਾਂਚ ਹੁੰਦੀ। ਇਹ ਹੁੰਦੀ ਹੈ ਨੈਤਿਕਤਾ। ਤੇ ਹੁਣ ਸਾਨੂੰ ਨੈਤਿਕਤਾ ਦਾ ਪਾਠ ਪੜ੍ਹਾ ਰਹੇ ਨੇ, ਨੈਤਿਕਤਾ ਦੀ ਪਰਿਭਾਸ਼ਾ ਦੱਸ ਰਹੇ ਨੇ ਝੂਠ ਬੋਲ ਕੇ। ਅੱਜ ਪੂਰੇ ਸਿੱਖ ਪੰਥ ਨੂੰ ਇਹ ਸਮਝ ਆ ਗਈ ਕਿ ਸ਼੍ਰੋਮਣੀ ਕਮੇਟੀ ਦੇ ਇਹਨਾਂ ਜਿਹੜੀ ਅੰਤਰੰਗ ਕਮੇਟੀ, ਇਹ ਚੁਣੇ ਹੋਏ ਅਹੁਦੇਦਾਰ, ਇਹਨਾਂ ਦੀ ਨੈਤਿਕਤਾ, ਇਹਨਾਂ ਨੂੰ ਪਾਠ ਤੇ ਕੇਵਲ ਇਹੀ ਪੜ੍ਹਾਇਆ ਜਾਂਦਾ ਕਿ ਤੁਸੀਂ ਝੂਠ ਬੋਲੋ, ਰੱਜ ਰੱਜ ਕੇ ਬੋਲੋ। ਜਿੰਨਾ ਤੁਸੀਂ ਝੂਠ ਬੋਲੋਗੇ ਉਨੀ ਤੁਹਾਡੀ ਨੈਤਿਕਤਾ ਵੱਡੀ ਹੈ। ਖਾਲਸਾ ਜੀ, ਨਾ ਤਾਂ ਇਹਨਾਂ ਨੇ ਸਰੂਪਾਂ ਦੀ ਕੋਈ ਸਾਨੂੰ ਜਾਣਕਾਰੀ ਦਿੱਤੀ ਕਿ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਸਰੂਪ ਜਿਹੜੇ ਸੀ ਉਹ ਅਗਨ ਭੇਟ ਹੋਏ, ਚੁੱਪ ਕਰ ਗਏ ਉਸ 'ਤੇ। ਜਿਹੜੀ ਕਾਰਵਾਈ ਕੀਤੀ, ਮੈਂ ਤੁਹਾਨੂੰ ਪਿਛਲੀ ਵਾਰ ਕਿਹਾ ਸੀ ਕਿ ਇਹ ਡਰਾਮੇਬਾਜ਼ੀ ਹੈ। ਇਹ ਕੋਰਟਾਂ ਦੇ ਵਿੱਚ ਉਹਨਾਂ ਨੂੰ ਵਕੀਲ ਦੇਣਗੇ, ਕੋਰਟਾਂ ਦੇ ਵਿੱਚ ਕਮਜ਼ੋਰ ਵਕੀਲ ਆਪਣੇ ਵੱਲੋਂ ਦੇਣਗੇ ਤੇ ਉਹਨਾਂ ਨੂੰ ਬਾ ਇੱਜ਼ਤ ਇਹ ਬਰੀ ਕਰਾ ਕੇ ਮੁੜ ਕੇ ਉਹਨਾਂ ਨੂੰ ਤਰੱਕੀਆਂ ਵੀ ਦੇਣਗੇ, ਇਨਸੈਂਟਿਵ ਵੀ ਦੇਣਗੇ, ਉੱਚੇ ਉੱਚੇ ਅਹੁਦੇ ਦੇਣਗੇ। ਇਹ ਪਿਛਲਾ ਰਿਕਾਰਡ ਬੋਲਦਾ। ਦੂਜੀ ਗੱਲ, ਕਿੱਡੀ ਹਾਸੋਹੀਣੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਇਹ ਕਿਹਾ ਜਾਣਾ ਕਿ ਸ਼੍ਰੋਮਣੀ ਕਮੇਟੀ ਖੁਦ ਹੀ ਇੰਨੀ ਸਮਰੱਥ ਹੈ ਕਿ ਜਿਹੜੀ ਆਪਣੇ ਸਜ਼ਾ ਦੇਊਗੀ। ਤੇ ਕਿਹੜੀ ਇਹੋ ਜਿਹੀ ਏਜੰਸੀ ਹੈ ਸ਼੍ਰੋਮਣੀ ਕਮੇਟੀ ਕੋਲ ਜਿਹੜੀ CBI, ਪੰਜਾਬ ਪੁਲਿਸ, ED ਉਹਦੇ ਮੁਕਾਬਲੇ ਤੇ ਇੱਕ ਇਸ ਤਰੀਕੇ ਦੀ ਸਜ਼ਾ ਦੇਗੀ? ਦੇਖੋ, ਕਾਨੂੰਨਨ ਤੌਰ ਤੇ ਬਹੁਤ ਵੱਡਾ ਅਫੈਂਸ ਹੋਇਆ ਹੈ। ਜਦੋਂ ਕਾਨੂੰਨ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਲਿਵਿੰਗ ਗੁਰੂ ਨੇ, ਤੇ ਉਸ ਗੁਰੂ ਨੂੰ ਜਿਹੜਾ ਹੈ ਗਾਇਬ ਕਰ ਦਿੱਤਾ, ਲੁਕੋ ਦਿੱਤਾ, ਵੇਚ ਦਿੱਤਾ, ਕਿਸੇ ਨੂੰ ਦੇ ਦਿੱਤਾ। ਇਹ ਕਿੰਨੀਆਂ ਗੱਲਾਂ ਵਿੱਚੋਂ ਕੁਝ ਵੀ ਹੋ ਸਕਦਾ, ਕਿਉਂਕਿ ਬਿਨਾਂ ਸਬੂਤ ਤੋਂ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਵੀ ਬਕਾਇਦਾ ਆਹ ਕੀਤਾ, ਕਿਸੇ ਨੂੰ ਡੇਰੇ ਨੂੰ ਦੇਤੇ, ਕਿਸੇ ਦੇ ਘਰ ਵਿੱਚ ਦੇਤੇ, ਕਿਤੇ ਦੇਤੇ, ਪਰ ਦਿੱਤੇ। ਇਸ ਲਈ ਉਹਦੇ ਤੇ ਮੁਕੱਦਮਾ ਉਹ ਦਰਜ ਹੋਣਾ ਚਾਹੀਦਾ ਜਿਹੜਾ ਕਾਨੂੰਨ ਦੇ ਮੁਤਾਬਕ ਇੱਕ ਲਿਵਿੰਗ ਗੁਰੂ ਦਾ ਜਿਹੜਾ ਦਰਜਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਜਿਹੜੀ ਧਾਰਾ ਕਾਨੂੰਨ ਜਿਹੜੀ ਲੱਗਦੀ ਹੈ ਉੱਥੇ ਗਾਇਬ ਕਰਨ ਦੀ, ਉੱਥੇ ਫਰਾਡ ਦੀ ਧਾਰਾ ਲੱਗਦੀ। ਅਜਿਹਾ ਕੁਝ ਨਹੀਂ ਹੋਇਆ। ਉਹ ਇਸ ਲਈ ਨਹੀਂ ਹੋਇਆ ਕਿਉਂਕਿ ਜੇ ਉਹਨਾਂ ਅਧਿਕਾਰੀਆਂ ਤੇ ਕਾਰਵਾਈ ਹੁੰਦੀ ਤਾਂ ਸਾਡੀ ਜਾਣਕਾਰੀ ਮੁਤਾਬਕ ਉਹਨਾਂ ਨੇ ਇਹਨਾਂ ਨੂੰ ਲਲਕਾਰ ਕੇ ਕਿਹਾ ਕਿ ਤੁਸੀਂ ਸਾਡੇ ਤੇ ਕਾਰਵਾਈ ਕਰੋ, ਉਸ ਤੋਂ ਬਾਅਦ ਫਿਰ ਅਸੀਂ ਤੁਹਾਡੇ ਪਰਦੇ ਖੋਲ੍ਹ ਲਵਾਂਗੇ। ਸੋ ਇਹਨਾਂ ਡਰਦਿਆਂ ਨੇ ਆਪਣੇ ਪਾਪਾਂ ਤੇ ਪਰਦਾ ਪਾਉਣ ਲਈ, ਆਪਣੇ ਪਰਦਾ ਲੁਕਾਉਣ ਲਈ ਇਹ ਕਾਰਵਾਈ ਤੋਂ ਇਹਨਾਂ ਨੇ ਸਾਫ਼ ਮੁੱਕਰ ਗਏ। ਔਰ ਹੈਰਾਨੀ ਦੀ ਗੱਲ ਇਹ ਆ, ਪਹਿਲੀ ਮੀਟਿੰਗ ਵਿੱਚ ਕਹਿੰਦੇ ਅਸੀਂ ਕਾਰਵਾਈ ਕਰਾਂਗੇ, ਦੂਜੀ ਮੀਟਿੰਗ ਦੇ ਵਿੱਚ ਕਹਿੰਦੇ ਅਸੀਂ ਖੁਦ ਹੀ ਸਮਰੱਥ ਹੈ। ਤੇ ਸਾਨੂੰ ਹੁਣ ਇਹ ਦੱਸਣ ਕਿ ਸਮਰੱਥਾ ਕਿੱਥੋਂ ਆ ਗਈ। ਔਰ ਸਭ ਤੋਂ ਵੱਡਾ ਫਰਾਡ ਗੱਲੀ ਨਿਬੇੜ ਦਿੱਤੀ ਕਿ 328 ਸਰੂਪ ਕਿਤੇ ਨਹੀਂ ਗਏ, ਸਰੂਪ ਇੱਥੇ ਨੇ, ਲੇਜ਼ਰਾਂ ਦੇ ਵਿੱਚ ਹੇਰ-ਫੇਰ ਹੋ ਗਈ। ਇਹੀ ਗੱਲ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ 2 ਮਹੀਨੇ ਪਹਿਲਾਂ ਕਹਿਤੀ ਸੀ ਜਦੋਂ ਜਾਂਚ ਸ਼ੁਰੂ ਹੋਈ ਕਿ ਇਹਦੇ ਵਿੱਚ ਹੋਣਾ ਕੁਝ ਨਹੀਂ। ਅਖੀਰ ਨੂੰ ਇਹ ਗੱਲ ਇਹ ਕਮੇਟੀ ਨੇ ਕਹਿਣੀ ਆ ਕਿ ਲੇਜ਼ਰਾਂ ਦੀ ਹੇਰ-ਫੇਰ ਹੈ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇੱਥੇ ਮੌਜੂਦ ਨੇ। ਇਹ ਝੂਠ ਤੇ ਝੂਠ ਬੋਲ ਰਹੇ ਨੇ। ਮੈਨੂੰ ਇਹ ਲੱਗਦਾ ਕਿ ਜਿੰਨਾ ਇਹ ਝੂਠ ਬੋਲਣਗੇ ਉਨਾ ਹੀ ਇਹ ਗੁਰੂ ਸਾਹਿਬ ਦੀ ਨਾਰਾਜ਼ਗੀ ਦਾ ਸ਼ਿਕਾਰ ਹੋਣਗੇ, ਉਨਾ ਹੀ ਸਿੱਖਾਂ ਦੀ ਨਾਰਾਜ਼ਗੀ ਦਾ ਸ਼ਿਕਾਰ ਹੋਣਗੇ। ਸੋ ਹੁਣ ਪਰਖ ਦੀ ਘੜੀ ਹੈ। ਸੋ ਖਾਲਸਾ ਜੀ, ਮੈਂ ਇਹੀ ਬੇਨਤੀ ਕਰ ਸਕਦਾ ਤੁਹਾਨੂੰ ਕਿ ਆਪਣੇ ਪੱਧਰ ਤੇ ਆਪਾਂ ਯਤਨ
ਜਿਹੜੇ ਜਾਰੀ ਰੱਖਣੇ ਨੇ। ਅਸੀਂ ਜਾਬਤੇ ਵਿੱਚ ਰਹਿ ਕੇ ਆਵਾਜ਼ ਬੁਲੰਦ ਕਰਨੀ ਹੈ, ਇਹਨਾਂ ਤੋਂ ਹਿਸਾਬ ਮੰਗਣਾ ਹੈ, ਸਦਾ ਮੰਗਦੇ ਰਹਿਣਾ ਹੈ। ਜੇ ਕਾਨੂੰਨੀ ਕਾਰਵਾਈ ਤੇ ਜਿੱਥੇ ਲੋੜ ਪਈ ਤੇ ਅਸੀਂ ਕਾਨੂੰਨੀ ਕਾਰਵਾਈ ਕਰਨ ਲਈ ਵੀ ਤਿਆਰ ਹਾਂ, ਤੇ ਉਹ ਵੀ ਕਰਾਂਗੇ, ਉਹ ਵੀ ਰਾਹ ਫੜਾਂਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਮਸਲਾ। ਤੇ ਜੇ ਦੇਖੋ ਕਿੱਡੀ ਹਾਸੋਹੀਣੀ ਗੱਲ ਆ ਕਿ ਜੇ ਲੇਜ਼ਰ ਬੁੱਕਾਂ ਦੀ ਹੇਰ ਫੇਰ ਸੀ, ਫਿਰ ਤੁਸੀਂ ਪਹਿਲੇ ਦਿਨੇ ਕਹਿੰਦੇ। ਇਹ ਦੋ ਮਸਲੇ ਨੇ, ਇੱਕ ਤਾਂ ਹੈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਅਲੋਪ ਹੋ ਗਏ, ਇੱਕ ਮਸਲਾ ਹੈ ਜਿਹੜੇ ਸ਼ਾਰਟ ਸਰਕਟ ਹੋਏ। ਹੁਣ ਇਹਨਾਂ ਦੀ ਕਿਹੜੀ ਗੱਲ ਨੂੰ ਮੰਨੀਏ? ਇਹ ਸ਼ਾਰਟ ਸਰਕਟ ਨੂੰ ਵੀ ਮੁੱਕਰ ਰਹੇ ਨੇ, ਉਹਦੀ ਵੀ ਗੱਲ ਨਹੀਂ ਕਰ ਰਹੇ, ਤੇ ਦੂਸਰੇ ਪਾਸੇ ਇਹ ਉਹ ਤੋਂ ਵੀ ਭੱਜ ਗਏ ਕਿ ਸਰੂਪ ਕਿਤੇ ਗਏ ਨਹੀਂ। ਮੈਂ ਉਮੀਦ ਕਰਦਾ ਵੱਡੇ ਵੱਡੇ ਬਿਆਨ ਦੇ ਕੇ ਇੱਕ ਆਪਣਾ ਚੰਗਾ ਟਰੈਕ ਰਿਕਾਰਡ ਬਣਾਉਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਹੁਣ ਭੂਮਿਕਾ ਤੇ ਅਸਲ ਵਿੱਚ ਹੁਣ ਪਤਾ ਲੱਗਣਾ, ਕਿਉਂਕਿ ਇਹ ਰਿਪੋਰਟ ਅਕਾਲ ਤਖਤ ਨੇ ਭੇਜੀ ਸੀ। ਉਹਨਾਂ ਨੇ ਕਹਿ ਕੇ ਭੇਜਿਆ ਸੀ ਫੌਜਦਾਰੀ ਮੁਕੱਦਮੇ ਕਰਾਓ, ਤੇ ਜੇ ਹੁਣ ਉਹਨਾਂ ਦੇ ਵਿੱਚ ਇਹ ਤਾਕਤ ਹੈ, ਸਮਰੱਥ ਹੈ, ਜਿੱਡੇ ਜਿੱਡੇ ਉਹਨਾਂ ਨੇ ਬਿਆਨ ਦਿੰਦੇ, ਤਾਂ ਅਸੀਂ ਉਮੀਦ ਕਰਾਂਗੇ ਕਿ ਹੁਣ ਉਹ ਹੁਕਮ ਦੇਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕਿ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਔਰ ਇਹਦੇ ਵਿੱਚ ਬੜੀ ਵੱਡੀ ਇੱਕ ਪੋਲਿਟਿਕਸ ਵੀ ਹੋ ਰਹੀ ਹੈ, ਤੇ ਕੁਝ ਲੋਕ ਜਿਨ੍ਹਾਂ ਨੇ ਨਵੰਬਰ ਦੀ ਚੋਣ ਆ ਰਹੀ ਹੈ, ਜਿਨ੍ਹਾਂ ਨੂੰ ਉਮੀਦ ਹੈ ਕਿ ਅਸੀਂ ਅੱਗੇ ਵਧਣਾ ਹੈ, ਉਹਨਾਂ ਵੱਲੋਂ ਵੀ ਇਹਦੇ ਵਿੱਚ ਇੱਕ ਇਹੋ ਜਿਹੀ ਪਲਾਂਟਡ ਗੇਮ ਚਲਾਈ ਜਾ ਰਹੀ ਹੈ ਕਿ ਸਾਰੇ ਇਸ ਪਾਪ ਦਾ ਘੜਾ ਮੌਜੂਦਾ ਪ੍ਰਧਾਨ ਦੇ ਸਿਰ ਤੇ ਭੰਨ ਕੇ, ਤਾਂ ਕਿ ਫਿਰ ਉਹ ਬੰਦੇ ਜਿਹੜਾ ਇੱਕ ਪਰਿਵਾਰ ਦੀ ਸ਼ਾਬਾਸ਼ ਲੈ ਕੇ ਕਿ ਦੇਖੋ ਜੀ ਅਸੀਂ ਸਾਰਾ ਕੁਝ ਜਿਹੜਾ ਮੂਹਰੇ ਲਾ ਕੇ ਠੀਕ ਕਰ ਦਿੱਤਾ, ਕਿ ਅਗਲਾ ਸਿਹਰਾ ਜਿਹੜਾ ਹੈ ਉਹਨਾਂ ਦੇ ਗਲ 'ਚ ਪੈ ਜਾਵੇ। ਇਹ ਵੀ ਸਾਨੂੰ ਪਤਾ ਲੱਗਿਆ ਕਿ ਇਹ ਗੇਮਾਂ ਇੱਥੇ ਚੱਲ ਰਹੀਆਂ ਨੇ। ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਇਹ ਸਿਆਸਤਾਂ ਕਰਨ ਵਾਲੇ, ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਲੋਕਾਂ ਨੂੰ ਮੂਰਖ ਬਣਾਉਣ ਵਾਲੇ। ਤੇ ਅੱਜ ਸਾਰਾ ਸਿੱਖ ਪੰਥ ਇਹਨਾਂ ਤੋਂ ਇੱਕ ਗੱਲ ਪੁੱਛਦਾ ਕਿ ਜੇ ਤੁਹਾਡੇ ਵਿੱਚ ਇੰਨੀ ਸਮਰੱਥਾ ਆ ਗਈ, ਤੇ ਫਿਰ ਜਿੱਦਣ ਬਰਗਾੜੀ ਦੇ ਵਿੱਚ ਸਿੱਖਾਂ 'ਤੇ ਜਨਰਲ ਡਾਇਰ ਦੀ ਤਰ੍ਹਾਂ ਗੋਲੀਆਂ ਚਲਾਈਆਂ ਸੀ ਤੁਹਾਡੀ ਅਕਾਲੀ ਸਰਕਾਰ ਨੇ, ਤੁਹਾਡੇ ਅਕਾਲੀ ਮੁੱਖ ਮੰਤਰੀ ਨੇ, ਉਦੋਂ ਤੁਹਾਡੀ ਸਮਰੱਥਾ ਕਿੱਥੇ ਗਈ ਸੀ? ਉਦੋਂ ਸ਼੍ਰੋਮਣੀ ਕਮੇਟੀ ਕਿਉਂ ਚੁੱਪ ਕਰਕੇ ਬੈਠ ਗਈ ਸੀ? ਉਦੋਂ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਬੋਲੀ? ਉਦੋਂ ਤੁਸੀਂ 95 ਲੱਖ ਦੇ ਇਸ਼ਤਿਹਾਰ ਦੇ ਕੇ ਰਾਮ ਰਹੀਮ ਦੇ ਹੱਕ ਦੇ ਵਿੱਚ ਖੜੇ ਤੇ ਜਸਟੀਫਾਈ ਕੀਤਾ, ਤੇ ਜਿਹੜਾ ਮੁੜ ਕੇ ਉਹੀ ਫੈਸਲਾ ਜਿਹੜਾ ਜਥੇਦਾਰਾਂ ਨੇ ਵਾਪਸ ਲੈ ਲਿਆ। ਸੋ ਇਹ ਸਾਰਾ ਪ੍ਰਸੰਗ ਜਿਹੜਾ ਸਾਡੇ ਸਾਹਮਣੇ ਆਇਆ। ਸੋ ਮੈਂ ਇਸ ਗੱਲ ਦੇ ਵਿੱਚ ਫਿਰ ਅਖੀਰ ਦੇ ਵਿੱਚ ਗੱਲ ਸਮਾਪਤ ਕਰਦਾ ਹੋਇਆ ਤੁਹਾਨੂੰ ਇਹੀ ਗੱਲ ਕਹਿਣੀ ਚਾਹੁੰਦਾ ਕਿ ਇਹ ਮਸਲਾ ਜਿਹੜਾ ਇਹ ਸ਼੍ਰੋਮਣੀ ਕਮੇਟੀ ਨੂੰ ਜਾਂ ਇਸ ਕਮੇਟੀ ਦੇ ਉੱਤੇ ਕਾਬਜ਼ ਜਿਹੜਾ ਇੱਕ ਪਰਿਵਾਰ ਹੈ ਜਾਂ ਉਸ ਪਰਿਵਾਰ ਦੇ ਜਿਹੜੇ ਲੀਡਰ ਅੱਗੇ ਥਾਪੇ ਹੋਏ ਨੇ, ਉਹਨਾਂ ਨੂੰ ਭੁਲੇਖਾ ਹੋ ਸਕਦਾ ਕਿ ਇਸ ਕੌਮ ਨੂੰ ਤੁਸੀਂ ਮੂਰਖ ਬਣਾ ਲਓਗੇ। ਅੱਜ ਬੱਚੇ ਦੇ ਹਿਰਦੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਹ ਇਬਾਦਤ ਲਿਖੀ ਗਈ ਹੈ ਕਿ ਜੋ ਕੁਝ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਇਹ ਕੀਤਾ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਗਟ ਕੀਤਾ ਬਾਣੀ ਨੂੰ, ਪਰ ਇਸ ਬਾਣੀ ਦੀ ਅਖੰਡਤਾ ਲਈ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਸਰੀਰ ਦੀ ਸ਼ਹਾਦਤ ਦਿੱਤੀ ਸੀ, ਆਪਣੀ ਸ਼ਹਾਦਤ ਦਿੱਤੀ ਸੀ। ਅੱਜ ਵੀ ਉਹਨਾਂ ਦੀ ਸ਼ਹਾਦਤ ਨੂੰ ਸ਼ਹੀਦਾਂ ਦੇ ਸਰਤਾਜ ਦੇ ਰੂਪ ਦੇ ਵਿੱਚ ਨਮਸਕਾਰ ਕੀਤਾ ਜਾਂਦਾ ਹੈ। ਸੋ ਹਿਸਾਬ ਲੇਖੇ ਹੋਣੇ ਦੇ ਰੋਜ਼ ਨਿਆਮਤਾਂ ਨੂੰ, ਇੱਥੇ ਹੱਕ ਨਹੀਂ ਕਿਸੇ ਦੇ ਰਹਿ ਜਾਣੇ, ਲੇਖਾ ਪਾਈ ਦਾ ਹੋਏਗਾ। ਸੋ ਇੰਨੀਆਂ ਗੱਲਾਂ ਮੈਂ ਆਪ ਜੀ ਦੇ ਨਾਲ ਅੱਜ ਕਰਨੀਆਂ ਚਾਹੁੰਦਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।